ਇੱਥੇ ਨਾਰਾ ਲੱਗਦਾ ਸੀ ਆਬਾਦੀ ਬਾਰੇ ਇੱਕ ਕਿ ਹਮ ਦੋ ਹਮਾਰੇ ਦੋ। ਇਹ ਸਰਕਾਰ ਨੇ ਇਹਨੂੰ ਫਿਰ ਨਾਰੇ ਨੂੰ ਲਾਉਣਾ ਸ਼ੁਰੂ ਕਰਤਾ। ਹਮ ਦੋ ਮਤਲਬ ਮੋਦੀ ਤੇ ਅਮਿਤ ਸ਼ਾਹ, ਹਮਾਰੇ ਦੋ ਮਤਲਬ ਅਬਾਨੀ ਅਡਾਨੀ। ਕਿ ਵੱਡੇ ਵੱਡੇ ਦੇ ਜਿਹੜੇ ਇਰਾਦੇ ਬਦਲ ਗਏ। ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਖੱਟੜ ਕਹਿੰਦਾ ਚੱਲ ਆਪਾਂ ਕੋਈ ਸਰਗਰਮੀ ਨਹੀਂ ਕਰਦੇਗੇ, ਕਰਨ ਜੋਗਾ ਵੀ ਨਹੀਂ ਵੈਸੇ ਉਹ, ਕਿਉਂਕਿ ਜਿਹੜੀ ਉਹਨੇ ਪਿਛਲੇ ਦਿਨੀ ਹਵਾਈ ਰੈਲੀ ਕੀਤੀ ਆ ਧਰਤੀ 'ਤੇ ਤਾਂ ਹੋ ਨਹੀਂ ਸਕੇਗੀ। ਇਹ ਕਿਸਾਨੀ ਅੰਦੋਲਨ ਕਰਕੇ ਹੀ ਆ ਕਿ ਕਹਿੰਦੇ ਘਾਉਂਦਿਆਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਸਟੈਂਡ ਬਦਲ ਰਹੇ ਆ। ਪਰ ਪੰਜਾਬ ਦੇ ਵਿੱਚ ਬੀਜੇਪੀ ਲੀਡਰ ਆ ਜਿਹੜੇ ਉਹ ਇੰਨੇ ਸ਼ੋਰ ਕਿਉਂ ਆ? ਇਹੋ ਜਿਹੀ ਕਿਹੜੀ ਗੱਲ ਆ ਵੀ ਉਹਨੂੰ ਲੱਗਦਾ ਵੀ ਨਹੀਂ ਯਾਰ ਸਰਕਾਰ ਸਾਡੀ ਬਣੂਗੀ, ਕਿਸਾਨ ਬੈਠੇ ਨੇ? ਉਹ ਤਾਂ ਵਿਚਾਰੇ ਰੋਜ਼ ਉਸ ਪ੍ਰਧਾਨ ਮੰਤਰੀ ਦੇ ਕਦੀ ਅਮਿਤ ਸ਼ਾਹ ਨੂੰ ਮਿਲ ਕੇ ਆ ਜਾਂਦੇ ਆ। ਜੇ ਉਹਨਾਂ ਦੇ ਪੱਲੇ ਕੁਛ ਹੁੰਦਾ ਤਾਂ ਕਿਸਾਨਾਂ ਵਾਸਤੇ ਕੁਛ ਕਰਵਾ ਲੈਂਦੇ, ਠੀਕ ਹੈ। ਇਸ ਕਰਕੇ ਉਹ ਤਾਂ ਵਿਚਾਰੇ ਬਹੁਤ ਮਾਮੂਲੀ ਕਿਸਮ ਦੇ ਬੰਦੇ ਹੈਗੇ ਆ ਅਤੇ ਉਹ ਜੋ ਮਰਜ਼ੀ ਫੂਕ ਛਕੀ ਫਿਰਨ, ਠੀਕ ਹੈ। ਸਰਕਾਰ ਤਾਂ ਛੱਡੋ, ਤਾਂ ਪੰਜਾਬ 'ਚ ਕਿਤੇ ਮੀਟਿੰਗ ਕਰਨ ਜੋਗੇ ਨਹੀਂ ਗਏ। ਸਾਰੇ ਪਾਸੇ ਗੱਲ ਹੀ ਜਿਹੜੀ ਚਰਚਾ ਹੁੰਦੀ, ਜਿਵੇਂ ਕਹਿੰਦੇ ਵੀ ਇਹ ਘੋਲ ਤਾਂ ਇਸ ਇਲਾਕੇ ਦੇ ਮਤਲਬ ਯਾਨੀ ਕਿ ਕਣ ਕਣ ਦੇ ਵਿੱਚ ਸਮਾ ਗਿਆ। ਤੋ ਇਹਦੇ ਤੋਂ ਜਿਹੜੇ ਬਹੁਤ ਏਜੰਸੀਆਂ ਜਾਂ ਸਿਆਸੀ ਪਾਰਟੀਆਂ ਬਹੁਤ ਪਰੇਸ਼ਾਨ ਨੇ। ਉਹ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਘੋਲ ਨੂੰ ਢਾਹ ਲਾਈ ਜਾਵੇ। ਇਹਦੇ ਨਾਲ ਇੱਕ ਹੋਰ ਗੱਲ ਵੀ 26 ਨੂੰ ਤਾਂ ਵੀ ਕੱਟਾ ਕੱਟੀ ਨਿਕਲ ਜਾਣਾ, ਇੱਕ ਪਾਸਾ ਹੋ ਜਾਣਾ। ਸਾਡਾ ਇਹ ਘੋਲ ਖੇਤੀ ਕਾਨੂੰਨ ਰੱਦ ਕਰਾਉਣ ਤੱਕ, ਔਰ 26 ਤਰੀਕ ਨੂੰ ਸਾਡਾ ਵੱਡਾ ਐਕਸ਼ਨ ਆ, ਆਖਰੀ ਐਕਸ਼ਨ ਨਹੀਂ ਗਾ। ਇਸ ਕਰਕੇ ਆਖਰੀ ਐਕਸ਼ਨ ਤਾਂ ਉਹੀ ਹੋਊਗਾ ਜਦੋਂ ਇਹ ਨਾਲ ਸਾਡੇ ਜਿਹੜੇ ਖੇਤੀ ਕਾਨੂੰਨ ਆ ਰੱਦ ਹੋਣਗੇ। ਅਤੇ ਬਹੁਤ ਸਾਰੇ ਸਾਡੇ ਜਿਹੜੇ ਆਪਣੇ ਐਨ ਆਰ ਆਈ ਵੀਰ ਭੈਣ ਨੇ ਉਹਨਾਂ ਨੇ ਸਾਨੂੰ ਬਹੁਤ ਸੁਝਾਅ ਦਿੱਤੇ ਆ ਕਿ ਜਿਹੜੀ 26 ਤਰੀਕ ਦੀ ਕਾਲ ਆ ਉਹਨੂੰ ਕੌਮਾਂਤਰੀ ਕਾਲ ਬਣਾਓ। ਇਸ ਕਰਕੇ ਅਸੀਂ ਇਹ ਹੋ ਸਕਦਾ ਕੌਮਾਂਤਰੀ ਕਾਲ ਹੀ ਬਣੂਗੀ। 26 ਦੀ ਕਾਲ ਇਕੱਲੇ ਭਾਰਤ ਦੀ ਕਾਲ ਨਹੀਂ ਰਹੂਗੀ, ਕੌਮਾਂਤਰੀ ਕਾਲ ਬਣੂਗੀ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਨਵਰੀਤ ਸਿਵੀਆ। ਇਸ ਸਮੇਂ ਪੰਜਾਬ ਦੇ ਵਿੱਚ ਹਰ ਕਿਸੇ ਦਾ ਧਿਆਨ ਇਸ ਗੱਲ 'ਤੇ ਹੈ ਕਿ 26 ਨੂੰ ਯੂਨੀਅਨਾਂ ਦੇ ਵੱਲੋਂ ਕਿਹੜੀ ਗੱਲ ਆਉਂਦੀ ਆ, ਕਿਹੜਾ ਪਲਾਨ ਆਉਂਦਾ ਗਾ। ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਮੀਤ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ। ਬਈ ਸਾਰਿਆਂ ਦਾ ਧਿਆਨ ਇਸ ਗੱਲ 'ਤੇ ਆ ਕਿ ਕੀ ਹੋਊਗਾ 26 ਨੂੰ, ਕੀ ਕਾਲ ਆ ਗਈ, ਹੁਣ ਤੱਕ ਦੀ ਕੀ ਅਪਡੇਟ ਆ? 26 ਨੂੰ ਅਸੀਂ ਕਿਸਾਨ ਪਰੇਡ ਕਰਨ ਜਾ ਰਹੇ ਹਾਂ ਦਿੱਲੀ ਦੀਆਂ ਸੜਕਾਂ ਦੇ ਉੱਪਰ, ਅਤੇ ਉਹ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਇਹਦੇ ਬਾਰੇ। ਔਰ ਲੋਕਾਂ ਨੂੰ ਬੇਨਤੀ ਆ ਕਿ ਉਹ ਪਰਿਵਾਰ ਦੇ ਵਿੱਚ ਇੱਕ ਬੰਦਾ ਛੱਡ ਕੇ ਬਾਕੀ ਸਮੁੱਚੇ ਪਰਿਵਾਰਾਂ ਦੇ ਨਾਲ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਜਿਹੜਾ ਹੈਗੇ ਆ ਉਹ 22 ਜਾਂ 23 ਤਰੀਕ ਤੱਕ ਜਿਹੜੇ ਹੈਗੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਪਹੁੰਚ ਜਾਣ। ਆਪਾਂ ਜਿਹੜਾ ਪਰੇਡ ਹੋਊਗੀ ਉਹਦੇ 'ਚ ਟਰੈਕਟਰਾਂ 'ਤੇ ਸਾਰੇ ਚੜ੍ਹ ਕੇ ਜਾਣਗੇ ਜਾਂ ਤੁਰ ਕੇ ਜਾਣਗੇ? ਕੀ ਉਹਦਾ ਮਤਲਬ ਕਾਰਨ ਇਹ ਆ ਵੀ ਠੀਕ ਆ ਵਾਰ ਇਹ ਤੁਸੀਂ ਵੀ ਇਹ ਗੱਲ ਕਰ ਰਹੇ ਹੋਵੋਗੇ, ਪਰ ਜਿੰਨੀ ਵਾਰ ਗੱਲ ਆਉਂਦੀ ਆ ਉਹਦੇ ਨਾਲ ਜਦੋਂ ਕੋਈ ਅਫਵਾਹਾਂ ਆਉਂਦੀਆਂ ਨਾ ਤਾਂ ਕਲੀਅਰ ਵੀ ਕਰਨਾ ਉਹਨਾਂ ਜ਼ਰੂਰੀ ਆ। ਕਿਵੇਂ ਤੁਹਾਨੂੰ ਲੱਗਦਾ ਵੀ ਉਦੋਂ ਟਰੈਕਟਰਾਂ ਦੇ ਨਾਲ ਜਾਣਾ, ਪੈਦਲ ਜਾਣਾ, ਕਿਵੇਂ ਹੋਊਗਾ? ਦੇਖੋ, ਅਫਵਾਹਾਂ ਤਾਂ ਇਹ ਫੈਲਾਈਆਂ ਗਈਆਂ ਵੀ ਸ਼ਾਇਦ ਦਿੱਲੀ ਦੇ ਵਿੱਚ ਮਾਰਚ ਕਰਨਾ ਜਾਂ ਬਾਰਡਰ 'ਤੇ ਮਾਰਚ ਕਰਨਾ। ਤੋ ਇਹ ਤੈਅ ਆ ਜਥੇਬੰਦੀਆਂ ਵੱਲੋਂ ਕਿ ਜਿਹੜਾ ਕਿਸਾਨ ਪਰੇਡ ਹੋਣੀ ਆ ਉਹ ਦਿੱਲੀ ਦੀਆਂ ਸੜਕਾਂ 'ਤੇ ਹੋਣੀ ਆ, ਦਿੱਲੀ ਦੇ ਵਿੱਚ ਹੀ ਹੋਣੀ ਆ, ਦਿੱਲੀ ਦੇ ਬਾਹਰ ਨਹੀਂ ਹੋਣੀ ਗੀ। ਅਤੇ ਦੂਸਰਾ ਜਿਹੜਾ ਹੈਗਾ ਕਿ ਉਹਦੇ ਪੈਦਲ ਵੀ ਅੱਗੇ ਚੱਲਿਆ ਜਾਣਗੇ, ਸਾਡੇ ਵਲੰਟੀਅਰਸ ਵੀ ਹੋਣਗੇ। ਅਤੇ ਬਾਕੀ ਇੱਥੇ ਜਿਹੜੀ ਕੰਕਰੀਟ ਪਲਾਨਿੰਗ ਹੈਗੀ ਆ ਉਹ ਸਾਡੀਆਂ ਜਥੇਬੰਦੀਆਂ ਕਰਨਗੀਆਂ। ਪਰ ਇੰਨਾ ਹੀ ਕਹਿਣਾ ਚਾਹਾਂਗੇ ਕਿ ਕਿਸਾਨ ਪਰੇਡ ਤੈਅ ਔਰ ਵੱਡੀ ਗਿਣਤੀ 'ਚ ਬਾਰਡਰ 'ਤੇ ਪਹੁੰਚੋ। ਅਫਵਾਹਾਂ ਝੰਡੇ ਵਾਲੀਆਂ ਵੀ ਹੈਗੀਆਂ ਵੀ ਅਸੀਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ। ਨਹੀਂ, ਦੇਖੋ, ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ, ਨਵਰੀਤ, ਗੱਲ ਇਹ ਆ ਗਈ ਕਿ ਜਿਹੜਾ ਇਹ ਅੰਦੋਲਨ ਆ ਇਹਨੇ ਬਹੁਤ ਸਾਰੇ ਬੰਦਿਆਂ ਨੂੰ ਫਿਕਰ ਪਾਇਆ ਹੋਇਆ। ਸਿਆਸੀ ਲੋਕ ਤਾਂ ਮਤਲਬ ਬੇਰੁਜ਼ਗਾਰ ਹੋ ਗਏ ਇਹਨਾਂ ਦਿਨਾਂ ਦੇ ਵਿੱਚ, ਉਹਨਾਂ ਦਾ ਤਾਂ ਜਿਹੜਾ ਸਿਆਸੀ ਰੁਜ਼ਗਾਰ ਸੀਗਾ ਉਹ ਗਵਾਚ ਗਿਆ। ਏਜੰਸੀਆਂ ਪਰੇਸ਼ਾਨ ਨੇ ਕਿਉਂਕਿ ਜਿੱਡੀ ਵੱਡੀ ਇਹ ਮੂਵਮੈਂਟ ਬਣ ਗਈ ਆ, ਜਿੰਨੀ ਇੱਕ ਇਤਿਹਾਸਕ ਲਹਿਰ ਆ, ਲੋਕ ਵੱਡੀ ਗਿਣਤੀ 'ਚ ਆ ਰਹੇ ਆ, ਬੱਚਾ ਇਨਵੋਲਵ ਆ। ਹਰ ਥਾਂ 'ਤੇ ਵਿਆਹਾਂ 'ਤੇ ਇਹ ਗੱਲ ਹੁੰਦੀ ਆ, ਭੋਗਾਂ 'ਤੇ ਇਹ ਗੱਲ ਹੁੰਦੀ ਆ। ਤੁਸੀਂ ਕਿਸੇ ਨੂੰ ਫੋਨ ਕਰੋ, ਇਹ ਹਰ ਪਾਸੇ ਗੱਲ ਹੀ ਇਹ ਆ। ਗੀਤ ਇਹੋ ਜਿਹੇ ਨੇ, ਸਾਰੇ ਪਾਸੇ ਗੱਲ ਹੀ ਜਿਹੜੀ ਚਰਚਾ ਹੁੰਦੀ, ਜਿਵੇਂ ਕਹਿੰਦੇ ਵੀ ਇਹ ਘੋਲ ਤਾਂ ਇਸ ਇਲਾਕੇ ਦੇ ਮਤਲਬ ਯਾਨੀ ਕਿ ਕਣ ਕਣ ਦੇ ਵਿੱਚ ਸਮਾ ਗਿਆ। ਤੋ ਇਹਦੇ ਤੋਂ ਜਿਹੜੇ ਬਹੁਤ ਏਜੰਸੀਆਂ ਜਾਂ ਸਿਆਸੀ ਪਾਰਟੀਆਂ ਬਹੁਤ ਪਰੇਸ਼ਾਨ ਨੇ। ਉਹ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਘੋਲ ਨੂੰ ਢਾਹ ਲਾਈ ਜਾਵੇ। ਔਰ ਉਹਨਾਂ ਦੇ ਵੱਲੋਂ ਜਿਹੜਾ ਇੱਕ ਤਾਂ ਇਹ ਪੇਸ਼ ਕੀਤਾ ਜਾ ਰਿਹਾ ਕਿ 26 ਨੂੰ ਵੀ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾ ਦੇਣਾ ਜਾਂ ਪਾਰਲੀਮੈਂਟ 'ਤੇ ਕਬਜ਼ਾ ਕਰ ਦੇਣਾ, ਅਸਲ ਦੇ ਵਿੱਚ ਉਹ ਸਾਰਾ ਕੁਛ ਇਸ ਘੋਲ ਨੂੰ ਤਾਰ ਪੀਡੋ ਕਰਨ ਦੇ ਲਈ ਕੀਤਾ ਜਾ ਰਿਹਾ ਹੈਗਾ।
ਕਿਉਂਕਿ ਇਹਦੇ ਨਾਲ ਹੀ ਇੱਕ ਹੋਰ ਗੱਲ ਵੀ 26 ਨੂੰ ਤਾਂ ਵੀ ਕੱਟਾ ਕੱਟੀ ਨਿਕਲ ਜਾਣਾ, ਇੱਕ ਪਾਸਾ ਹੋ ਜਾਣਾ। ਸਾਡਾ ਇਹ ਘੋਲ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਆ, ਔਰ 26 ਤਰੀਕ ਨੂੰ ਸਾਡਾ ਵੱਡਾ ਐਕਸ਼ਨ ਆ, ਆਖਰੀ ਐਕਸ਼ਨ ਨਹੀਂਗਾ। ਇਸ ਕਰਕੇ ਆਖਰੀ ਐਕਸ਼ਨ ਤਾਂ ਉਹੀ ਹੋਊਗਾ ਜਦੋਂ ਇਹ ਨਾਲ ਸਾਡੇ ਜਿਹੜੇ ਖੇਤੀ ਕਾਨੂੰਨ ਆ ਰੱਦ ਹੋਣਗੇ। ਔਰ ਮੋਦੀ ਸਰਕਾਰ ਜਿੰਨੀ ਹੁਣ ਤੱਕ ਅੜੀ ਹੋਈ ਹੈਗੀ ਆ, ਕਿਉਂਕਿ ਤਾਨਾਸ਼ਾਹ ਸਰਕਾਰ ਹੈ ਇੱਕ, ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਇਹ ਜਲਦ ਮੰਨਣ ਵਾਲੀ ਹੈਗੀ ਹੈ। ਘੋਲ ਜਿਹੜਾ ਲੰਬਾ ਚੱਲੂਗਾ, ਇਸ ਕਰਕੇ ਕਿਸੇ ਵੀ ਐਕਸ਼ਨ ਨੂੰ ਆਖਰੀ ਕਹਿਣਾ, ਇਸ ਘੋਲ ਨੂੰ ਉਹ ਸਾਬੋਟਾਜ ਕਰਨ ਵਾਲੀਆਂ ਜਿਹੜੀਆਂ ਕਰਨ ਵਾਲੇ ਲੋਕ ਆ ਉਹ ਪ੍ਰਚਾਰ ਰਹੇ ਇਸ ਤਰ੍ਹਾਂ ਦੀਆਂ। ਰਜਿੰਦਰ ਭਾਈ, ਇੱਕ ਸਵਾਲ ਆ ਅੰਦੋਲਨ ਦੇ ਨਾਲ ਹੀ ਜੁੜਿਆ ਹੋਇਆ, ਹਾਲਾਂਕਿ ਕਈ ਲੋਕ ਉਹਨੂੰ ਅੱਡ ਵੀ ਸਮਝਣਗੇ ਕਿ ਬਿੱਲ ਰੱਦ ਕਰਾਵਾਂਗੇ, ਉਹ ਤਾਂ ਹੈ ਇਸ ਸਮੇਂ ਦਾ ਪਲਾਨ ਹੈ, ਪਰ ਇੱਕ ਇਦੂ ਗਾਂਹ ਅੱਗੇ ਜੇ ਆਪਾਂ ਦੇਖੀਏ ਕੁਛ ਇਹੋ ਜਿਹਾ ਸਿਸਟਮ ਉਹ ਕਿਹੋ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਘੱਟੋ ਘੱਟ ਜਿਹੜਾ ਕਿਸਾਨ ਆ ਜਾਂ ਕਿਰਤੀ ਕੋਈ ਵੀ ਬੰਦਾ ਹੈਗਾ ਮਿਹਨਤ ਕਰਨ ਵਾਲਾ ਉਹ ਸੁਖੀ ਵਸੇ। ਦੇਖੋ ਇਹਦੇ ਤੇ ਤਾਂ ਇੱਕ ਤਾਂ ਜਿਹੜਾ ਅਸੀਂ ਮੰਨ ਰਹੇ ਹਾਂ ਕਿ ਜਿਹੜਾ MSP ਆ ਉਹਨੂੰ ਲੀਗਲ ਰਾਈਟ ਦੇ ਤੌਰ ਤੇ ਪ੍ਰਵਾਨਗੀ ਮਿਲਣੀ ਚਾਹੀਦੀ ਹੈ। 23 ਫਸਲਾਂ ਦਾ ਹਰ ਸਾਲ ਜਿਹੜੀ ਕੇਂਦਰ ਸਰਕਾਰ ਆ ਉਹ ਫਸਲਾਂ ਦਾ ਜਿਹੜਾ MSP ਡਿਕਲੇਅਰ ਕਰਦੀ ਆ, ਪਰ ਸਿਰਫ 2 ਫਸਲਾਂ ਕਣਕ ਤੇ ਝੋਨਾ 2 ਸੂਬਿਆਂ 'ਚ ਪੰਜਾਬ ਤੇ ਹਰਿਆਣੇ 'ਚ ਖਰੀਦਦੀ ਆ। ਜਿੰਨੀ ਕੁੱਲ ਪੈਦਾਵਾਰ ਹੈਗੀ ਆ ਖੇਤੀ ਦੇ ਵਿੱਚ ਅਨਾਜ ਦੀ, ਉਹਦਾ 94% ਜਿਹੜਾ ਪ੍ਰਾਈਵੇਟ ਪਲੇਅਰ ਖਰੀਦਦੇ ਆ, ਸਿਰਫ 6% ਜਿਹੜੀ ਸਰਕਾਰੀ ਖਰੀਦ ਆ ਉਹ ਹੋ ਰਹੀ ਆ, ਜਿਸ ਕਾਰਨ ਕਰਕੇ ਕਿਸਾਨਾਂ ਦੀ ਬਹੁਤ ਲੁੱਟ ਹੋ ਰਹੀ ਹੈ। ਇਸ ਸਾਲ ਆਪਾਂ ਪੰਜਾਬ 'ਚ ਮੱਕੀ ਦੇਖੀਏ ਤਾਂ 5 ਲੱਖ ਕਿੱਲਾ ਜਿਹੜੀ ਮੱਕੀ ਕਿਸਾਨਾਂ ਨੇ ਜਿਹੜੀ ਸੀਗੀ ਉਹ ਬੀਜੀ ਸੀਗੀ, ਪਰ ਉਹ 1850 ਰੇਟ ਸੀਗਾ, 700 ਤੋਂ ਲੈ ਕੇ 950 ਤੱਕ ਜਿਹੜੀ ਹੈਗੀ ਹੈ ਵਿਕੀ ਆ। ਯੂਪੀ ਤੇ ਬਿਹਾਰ ਦਾ ਜਿਹੜਾ ਕਿਸਾਨ ਆ ਉਹ ਆਪਣਾ ਕਣਕ ਤੇ ਝੋਨਾ 700 ਤੋਂ 800 ਰੁਪਏ ਘੱਟ ਜਿਹੜਾ MSP ਤੋਂ ਵੇਚਣ ਵਾਸਤੇ ਜਿਹੜਾ ਹੈਗਾ ਉਹ ਮਜਬੂਰ ਹੋ ਰਿਹਾ। ਇੱਕ ਤਾਂ ਜਿਹੜੀ ਹੈਗੀ ਹੈ ਕਿ MSP ਨੂੰ ਕਾਨੂੰਨੀ ਅਧਿਕਾਰ ਜਿਹੜਾ ਹੈਗਾ ਮਿਲਣਾ ਚਾਹੀਦਾ। ਦੂਸਰਾ ਜਿਹੜੀ ਕਿਸਾਨਾਂ ਦੇ ਕਰਜ਼ਿਆਂ ਤੇ ਜਿਹੜੀ ਹੈਗੀ ਆ ਉਹ ਲੀਕ ਜਿਹੜੀ ਆ ਫਿਰਨੀ ਚਾਹੀਦੀ ਹੈ। ਤੀਸਰਾ ਜਿਹੜਾ ਇਹ ਮਤਲਬ ਖੇਤੀ ਮਾਡਲ ਹੈਗਾ, ਇੱਕ ਤਾਂ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਜਿਹੜੇ ਖਿੱਤਿਆਂ ਦੇ ਵਿੱਚ ਹੈਗਾ ਉੱਥੇ ਮਤਲਬ ਖੁਦਕੁਸ਼ੀਆਂ ਕਰਜ਼ਦਾਰੀ ਬਹੁਤ ਵਧੀਆ। ਉਹਦਾ ਕਾਰਨ ਇਹ ਆ ਕਿ ਜਿਹੜੀਆਂ ਸਾਡੀਆਂ ਇਨਪੁਟਸ ਨੇ ਉਹਨਾਂ ਦੀਆਂ ਕੀਮਤਾਂ ਬਹੁਤ ਨੇ, ਜਿਹੜੀ ਸਾਡੀ ਆਊਟਪੁੱਟ ਆ ਉਹਦੀ ਕੀਮਤ ਜਿਹੜੀ ਆ ਰੁਕੀ ਹੋਈ ਆ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹਾਂਗਾ ਕਿ ਜਦੋਂ ਪਹਿਲੀ ਵਾਰੀ ਕਣਕ ਦਾ ਸਰਕਾਰੀ ਰੇਟ ਤੈਅ ਹੋਇਆ ਤਾਂ ਉਹ 76 ਰੁਪਏ ਕੁਇੰਟਲ ਸੀਗਾ, ਯਾਨੀ ਕਿ 76 ਪੈਸੇ ਕਿਲੋ ਕਣਕ ਸੀਗੀ, ਤੇ ਉਦੋਂ 71 ਪੈਸੇ ਜਿਹੜਾ ਕਰੀਬ 1 ਲੀਟਰ ਡੀਜ਼ਲ ਸੀਗਾ। ਯਾਨੀ ਕਿ ਕਿਸਾਨ 1 ਕਿਲੋ ਕਣਕ ਵੇਚ ਕੇ 1 ਲੀਟਰ ਡੀਜ਼ਲ ਖਰੀਦ ਸਕਦਾ ਸੀ, ਲਗਭਗ 5 ਪੈਸੇ ਉਹਨੂੰ ਬਚਦੇ ਸੀਗੇ। ਹੁਣ ਤੁਸੀਂ ਇਹ ਦੇਖੋ ਕਿ ਇੱਕ ਕਿਸਾਨ ਨੇ ਜੇ ਲੀਟਰ ਡੀਜ਼ਲ ਖਰੀਦਣਾ ਤਾਂ ਉਹਨੂੰ ਕਰੀਬ 4 ਕਿਲੋ ਦੇ ਆਸ-ਪਾਸ ਕਣਕ ਜਿਹੜੀ ਆ ਉਹ ਦੇਣੀ ਪਊਗੀ, ਯਾਨੀ ਕਿ ਕਿਲੋ ਦੇ ਨਾਲ 3 ਕਿਲੋ ਦੀ ਕਣਕ ਫ੍ਰੀ ਚਲੀ ਗਈ। ਇਹਨੂੰ ਥੋੜਾ ਹੋਰ ਲਾਰਜ ਕਰਕੇ ਦੇਖੀਏ, 1 ਕਿੱਲੇ ਦੇ ਨਾਲ 3 ਕਿੱਲੇ ਕਣਕ ਫ੍ਰੀ ਚਲੀ ਗਈ। ਹੁਣ ਜਿਹੜਾ ਇਹ ਲਾਗਤਾਂ ਇੰਨੀਆਂ ਵੱਧ ਰਹੀਆਂ ਨੇ, ਮੈਂ ਸਿਰਫ ਇੱਕ ਤੇਲ ਦੀ ਉਦਾਹਰਨ ਦੇ ਰਿਹਾ, ਹੋਰ 20 ਤਰ੍ਹਾਂ ਦੀਆਂ ਲਾਗਤਾਂ ਨੇ ਖੇਤੀ ਦੇ ਵਾਸਤੇ। ਇਹ ਜਿਹੜਾ ਪਾੜਾ ਇਹ ਕਰਜ਼ੇ ਦਾ ਜਿਹੜਾ ਮੁੱਖ ਕਾਰਨ ਆ, ਕਿਉਂਕਿ ਇਹ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਟਰੈਕਟਰਾਂ ਵਾਲੀਆਂ, ਤੇਲ ਵਾਲੀਆਂ, ਬੀਜ ਵਾਲੀਆਂ, ਮਸ਼ੀਨਰੀ ਵਾਲੀਆਂ ਇਹਨਾਂ ਕੰਪਨੀਆਂ ਨੂੰ ਮਾਲੋ ਮਾਲ ਕੀਤਾ ਤੇ ਕਿਸਾਨ ਨੂੰ ਜਿਹੜਾ ਹੈਗਾ ਉਹ ਕੰਗਾਲ ਕੀਤਾ ਹੈਗਾ। ਤੋ ਇਸੇ ਤਰ੍ਹਾਂ ਜਿਹੜੀ ਦੇਸ਼ ਦੀ ਖੇਤੀ ਪਛੜੀ ਹੋਈ ਹੈਗੀ ਆ ਉਹ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ ਆ, ਕਿਸਾਨੀ ਨੂੰ ਸਹੂਲਤਾਂ ਦੇਣ ਦੀ ਜਿਹੜੀ ਹੈਗੀ ਲੋੜ ਹੈਗੀ ਆ। ਔਰ ਖੇਤੀਬਾੜੀ ਨੂੰ ਜਿਹੜਾ ਆਪ ਤੁਸੀਂ ਦੇਖਿਆ ਕਿ ਕਰੋਨਾ ਕਾਲ ਦੇ ਵਿੱਚ ਵੀ ਜਿਹੜੇ ਆਰਥਿਕਤਾ ਦੇ ਦੂਜੇ ਖੇਤਰ ਸੀ ਹਮੇਸ਼ਾ ਡਾਊਨ ਗਏ ਆ, ਲਗਾਤਾਰ ਡਾਊਨ ਗਏ। ਸਿਰਫ ਖੇਤੀ ਖੇਤਰ 'ਚ ਜਿਹੜਾ ਸੀਗਾ ਵਿਕਾਸ ਦਰ ਆ ਉਹ ਦਰਜ ਕੀਤਾ ਗਿਆ। ਹਜੇ ਵੀ ਸਭ ਤੋਂ ਵੱਧ ਜਿਹੜਾ ਰੁਜ਼ਗਾਰ ਦੇਣ ਵਾਲਾ ਖੇਤਰ ਆ ਉਹ ਖੇਤੀ ਖੇਤਰ ਹੈਗਾ। ਤੋ ਖੇਤੀ ਖੇਤਰ ਦੇ ਵਿੱਚ ਜਿਹੜੀ ਸਰਕਾਰ ਦੀ ਇਨਵੈਸਟਮੈਂਟ ਆ ਉਹ ਬਹੁਤ ਨਗੂਣੀ ਆ। ਹੁਣ ਜਦੋਂ MSP ਦੀ ਆਪਾਂ ਇਕੱਲੇ ਦੀ ਗੱਲ ਕਰੀਏ ਤਾਂ ਉਹ ਕਹਿੰਦੇ 17 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਨੂੰ MSP ਵਾਸਤੇ ਦੇਣਾ ਪਊਗਾ। ਹੁਣ 17 ਲੱਖ ਕਰੋੜ ਰੁਪਈਆ ਐਡੇ ਮੁਲਕ ਵਾਸਤੇ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈਗੀ ਜੀ। ਚੰਦਰ ਭਾਈ, ਉਹ ਵਿਕੂ ਵੀ ਤਾਂ ਨਾ, ਜੇ ਸਰਕਾਰ ਖਰੀਦੂਗੀ ਉਹ ਕਿਤੇ ਖਰੀਦਿਆ ਵੀ ਤਾਂ ਜਾਊਗਾ ਨਾ, ਵੀ ਜੇ 17 ਲੱਖ ਕਰੋੜ ਲਾਉਂਦੇ ਆ ਕੁਛ ਤਾਂ ਉਹ ਤੋਂ ਵੱਟਣਗੇ ਵੀ। ਨਹੀਂ ਬਿਲਕੁਲ, ਉਹ ਤਾਂ ਹੈ ਹੀ, ਉਹ ਤਾਂ ਹੈ ਹੀ ਕਿ ਇਹ ਤਾਂ ਸਿਰਫ ਅਸਲ ਦੇ ਵਿੱਚ ਗੱਲ ਕੀ ਆ ਕਿ ਸਰਕਾਰ ਨੇ ਜਿੱਡੀ ਹੁਣ ਮੰਦੀ ਛਾਈ ਹੋਈ ਹੈਗੀ ਆ, ਸਾਰੇ ਪਾਸੇ ਮੰਦੀ ਆ, ਸਾਰੇ ਕਾਰੋਬਾਰ ਜਿਹੜੇ ਹੈਗੇ ਆ ਡਾਊਨ ਜਾ ਰਹੇ ਆ। ਹੁਣ ਸਰਕਾਰ ਨੇ ਕੀ ਕੀਤਾ ਕਿ ਇਹ ਕਾਨੂੰਨ ਮੰਦੀ 'ਚੋਂ ਆਏ ਆ। ਤੁਸੀਂ ਅੱਜ ਦੇਖ ਲਓ ਕਿ ਇੱਕ ਤਾਂ ਕੌਮਾਂਤਰੀ ਮੁਦਰਾ ਕੋਸ਼ ਦਾ ਅੱਜ ਸਟੇਟਮੈਂਟ ਲੱਗੀ ਅਖਬਾਰਾਂ ਦੇ ਵਿੱਚ, ਪ੍ਰੇਜ਼ ਕੀਤੀ ਆ। ਤਾਂ ਅਸੀਂ ਤਾਂ ਸਰਕਾਰ ਦੇ ਲਗਾਤਾਰ ਕਹਿ ਰਹੇ ਕਿ ਜਿਹੜਾ ਕੌਮਾਂਤਰੀ ਦਬਾਅ ਤਹਿਤ ਕਾਨੂੰਨ ਲੈ ਕੇ ਆਉਂਦੇ ਆ,
ਇਹ ਕੋਈ ਡੈਮੋਕ੍ਰੇਟਿਕ ਜਾਂ ਉਸ ਤਰ੍ਹਾਂ ਦੀ ਆਜ਼ਾਦੀ ਜਿਹੜੀ 'ਚ ਕਿਹੜੀ ਗੱਲ ਆ ਕਿ ਕੌਮਾਂਤਰੀ ਸੰਸਥਾਵਾਂ ਦੇ ਦਬਾਅ ਹੇਠ ਤੁਸੀਂ ਕਾਨੂੰਨ ਲੈ ਕੇ ਆਉਣੇ ਆ। ਲੱਖਾਂ ਲੋਕ ਸੜਕਾਂ 'ਤੇ ਬੈਠੇ ਹੈਗੇ ਆ, ਸੈਂਕੜੇ ਲੋਕਾਂ ਦੀ ਜਿਹੜੀ ਹੈਗੀ ਆ ਹੁਣ ਤਾਂ 125 ਤੋਂ ਉੱਪਰ ਲੋਕਾਂ ਜਿਹੜੇ ਸ਼ਹੀਦ ਹੋ ਕੇ ਜਾਨਾਂ ਜਾ ਚੁੱਕੀਆਂ ਨੇ, ਔਰ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈਗੀ ਗੀ। ਤੋ ਸਰਕਾਰ ਇਹ ਕਾਨੂੰਨ ਇਸ ਕਰਕੇ ਲੈ ਕੇ ਆਈ ਆ। ਮੰਨ ਲਓ ਮੈਂ ਤੁਹਾਨੂੰ ਇਹ ਉਦਾਹਰਨ ਦੇਵਾਂ ਕਿ ਮੈਨੂੰ ਮੇਰਾ ਗੱਡੀ ਬਿਨਾਂ ਸਰ ਸਕਦਾ, ਜੇ ਗੱਡੀ ਮੈਂ ਨਵੀਂ ਨਹੀਂ ਲੈ ਸਕਦਾ ਤਾਂ ਮੇਰਾ ਗੱਡੀ ਬਿਨਾਂ ਸਰੂਗਾ, ਮੈਂ ਬੱਸ 'ਤੇ ਜਾਊਂਗਾ ਜਾਂ ਕਿਰਾਏ 'ਤੇ ਟੈਕਸੀ ਕਰਾਊਂਗਾ। ਨਵੇਂ ਘਰ ਬਿਨਾਂ ਸਰ ਸਕਦਾ, ਮੈਂ ਪੁਰਾਣੇ ਘਰ 'ਚ ਰਹੂੰਗਾ ਜਾਂ ਕਿਰਾਏ 'ਤੇ ਰਹਿ ਲੂੰਗਾ, ਪਰ ਮੇਰਾ ਰੋਟੀ ਬਿਨਾਂ ਨਹੀਂ ਸਰ ਸਕਦਾ ਗਾ। ਰੋਟੀ ਦਾ ਇੱਕ ਅਜਿਹਾ ਖੇਤਰ ਆ ਕਿ ਜਿੰਦੇ 'ਚ ਤੁਹਾਨੂੰ ਰੋਟੀ ਮਤਲਬ ਖਾਣੀ ਪੈਣੀ ਆ, ਜਿੱਦੀ ਮਰਜ਼ੀ ਮਾੜੀ ਹਾਲਤ ਹੋਵੇ, ਰੋਟੀ ਬਿਨਾਂ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ, ਦੂਜੀਆਂ ਸਹੂਲਤਾਂ ਬਿਨਾਂ ਰਹਿ ਸਕਦੇ ਆ। ਇਸ ਕਰਕੇ ਉਹਨੂੰ ਰੋਟੀ ਦਾ ਖੇਤਰ ਜਿਹੜਾ ਕਾਰਪੋਰੇਟ ਨੂੰ ਇਹਨਾਂ ਨੇ ਦੇਣ ਦਾ ਫੈਸਲਾ ਕਰ ਲਿਆ। ਤਿੰਨੋਂ ਕਾਨੂੰਨ ਤਿੰਨ ਪੌੜੀਆਂ ਨੇ ਜਿੰਦੇ ਚੜਾ ਕੇ ਕਿਸਾਨ ਨੂੰ ਫਾਇਦਾ ਦੇਣਾ। ਪਹਿਲੇ ਕਾਨੂੰਨ 'ਚ ਕੀ ਆ ਕਿ ਅਨਾਜ ਕੰਪਨੀਆਂ ਖਰੀਦਣਗੀਆਂ, ਦੂਜੇ ਕਾਨੂੰਨ 'ਚ ਕਿ ਅਨਾਜ ਬਿਜਵਾਉਣਗੀਆਂ ਕੰਪਨੀਆਂ, ਯਾਨੀ ਕਿ ਖੇਤੀ ਉਹ ਕਰਾਉਣਗੀਆਂ, ਤੀਜੇ 'ਚ ਕਿ ਸਟੋਰ ਉਹ ਕਰਨਗੀਆਂ, ਯਾਨੀ ਕਿ ਖੇਤੀ ਤੇ ਖੁਰਾਕ ਤੇ ਉਹਨਾਂ ਦਾ ਜਿਹੜਾ ਕਬਜ਼ਾ ਹੈਗਾ ਉਹ ਕਰਵਾਤਾ। ਇਸ ਕਰਕੇ ਕਿਉਂਕਿ ਮੰਦੀ ਦੇ ਵਿੱਚ ਇਸ ਰੋਟੀ ਦੇ ਖੇਤਰ 'ਚ ਮੰਦੀ ਨਹੀਂ ਆ ਸਕਦੀ, ਇਹ ਖਾਣੀ ਆ। ਤਾਂ ਇਹ ਕਾਰਪੋਰੇਟ ਵਾਸਤੇ ਜਿਹੜੇ ਹੈਗੇ ਕਾਨੂੰਨ ਲੈ ਕੇ ਆਉਂਦੇ, ਤਾਈਓ ਉਹ ਵੀ 17 ਲੱਖ ਕਰੋੜ ਬਹੁਤ ਵੱਡੀ ਅਮਾਊਂਟ ਆ ਜਾਂ ਉਹ ਤਾਈਓ ਗੱਲਾਂ ਕਰ ਰਹੇ ਹੈਗੇ। ਕਈ ਲੋਕ ਕਹਿ ਰਹੇ ਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀਗੀ ਉਹ ਕਿਸਾਨ ਉਹ 'ਚ ਉਲਝੇ ਨਹੀਂ, ਉਹ ਕਮੇਟੀ 'ਚ ਸ਼ਾਮਲ ਨਾ ਹੋ ਕੇ ਹੁਣ ਸਿੱਧਾ ਸਰਕਾਰ ਨੂੰ ਆਖਰੀ ਮੀਟਿੰਗ ਦੇ ਵਿੱਚ ਫਿਰ ਉੱਥੇ ਮੁੜਨਾ ਪਿਆ ਕਿ ਹਾਂ ਇੱਥੇ ਗੱਲ ਹੋਊਗੀ ਤੇ ਸਰਕਾਰ ਨਾਲ ਹੀ ਗੱਲ ਹੋਊ। ਹਾਂ ਬਿਲਕੁਲ, ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਸੀਗੇ ਕਿ ਜਿਹੜੀ ਇਹ ਲੜਾਈ ਆ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਵਿਚਕਾਰ ਆ। ਸਰਕਾਰ ਇਹਨੂੰ ਸੁਪਰੀਮ ਕੋਰਟ ਤੇ ਭਾਰਤ ਦੇ ਲੋਕਾਂ ਵਿਚਕਾਰ ਲੜਾਈ ਨੂੰ ਮਿਲਾਉਣਾ ਚਾਹੁੰਦੀ ਸੀਗੀ। ਦੁਬਾਰੇ ਆ ਗਈ ਵਾਪਸ ਉੱਥੇ ਸਰਕਾਰ ਆ ਗਈ ਸਰਕਾਰ, ਮਤਲਬ ਉੱਥੇ ਆ ਗਈ। ਹੁਣ ਤਾਂ ਉਹਨਾਂ ਨੂੰ ਕਮੇਟੀ ਤੇ ਯਕੀਨ ਨਹੀਂਗਾ। ਹੁਣ ਕਮੇਟੀ ਦੇਖੋ, ਸਰਕਾਰ ਨੇ ਬਹੁਤ ਵਧੀਆ ਕੀਤਾ ਸੁਪਰੀਮ ਕੋਰਟ ਨੇ ਕਿ ਉਹਨੇ ਇਹੋ ਜਿਹੇ ਬੰਦੇ ਦੀ ਕਮੇਟੀ ਬਣਾਈ ਕਿ ਅਸੀਂ ਉਹਨਾਂ ਬਾਰੇ ਕੁਝ ਨਹੀਂ ਫਰੋਲਿਆ ਸੀ ਅਜੇ ਵੀ ਕੌਣ ਕੀ ਆ। ਉਹ ਚਾਰਾਂ ਬਾਰੇ ਜਿਹੜਾ ਹੈਗਾ ਜਾਣਕਾਰੀ ਸਾਡੇ ਮੋਬਾਈਲਾਂ ਤੇ ਆਉਣ ਲੱਗ ਗਈ ਸੀ ਨਾਲ ਦੀ ਨਾਲ ਹੀ ਕਿ ਆਹ ਬੰਦੇ ਨੇ ਇੱਥੇ ਆਰਟੀਕਲ ਲਿਖਿਆ, ਆਹ ਬੰਦੇ ਦੀ ਆਹ ਹਰਕਤ ਸੀਗੀ। ਤੋ ਉਹਦੇ ਕਰਕੇ ਤਾਂ ਸੁਪਰੀਮ ਕੋਰਟ ਦੀ ਜਿਹੜੀ ਕ੍ਰੈਡੀਬਿਲਿਟੀ ਸੀ ਉਹ ਹੋਰ ਘਟੀ ਹੈਗੀ ਆ। ਸੁਪਰੀਮ ਕੋਰਟ ਦਾ ਐਕਟ ਵੀ ਪੋਲੀਟੀਕਲ ਹੀ ਸੀਗਾ, ਠੀਕ ਆ। ਤੋ ਉਹਦੇ 'ਚੋਂ ਜਿਹੜਾ ਉਹਨਾਂ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਸ਼ੁਰੂ ਤੋਂ ਕਹਿਤਾ ਸੀਗਾ ਕਿ ਕਮੇਟੀ 'ਚ ਭਾਵੇਂ ਹੋਰ ਵੀ ਤਰ੍ਹਾਂ ਦੇ ਬੰਦੇ ਹੁੰਦੇ ਸੀ ਤਾਂ ਵੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਾ ਸੀ। ਉਹਨੇ ਸਾਡੇ ਘੋਲ ਨੂੰ ਖੁੰਡਾ ਕਰਨਾ ਸੀਗਾ। ਲੋਕਾਂ ਦਾ ਗੁੱਸਾ ਮੋਦੀ ਸਰਕਾਰ ਦੀ ਬਜਾਏ ਉਧਰ ਡਿਵਰਟ ਹੋ ਜਾਣਾ ਸੀ, ਧਿਆਨ ਘੋਲ ਨੇ ਖੁੰਡਾ ਹੋਣਾ ਸੀ। ਇਸ ਕਰਕੇ ਉਹਨਾਂ ਦੇ ਟਰੈਪ 'ਚ ਅਸੀਂ ਜਿਹੜਾ ਉਹ ਫਸੇ ਨਹੀਂ ਸੀ। ਪਹਿਲਾਂ ਹੀ ਕਹਿਤਾ ਸੀਗਾ, ਪਹਿਲਾਂ ਹੀ ਸਾਡੀਆਂ ਸਟੇਟਮੈਂਟ ਅਖਬਾਰਾਂ 'ਚ ਆ ਗਈਆਂ ਸੀਗੀਆਂ ਕਿ ਅਸੀਂ ਨਾ ਤਾਂ ਕਮੇਟੀ ਸਾਹਮਣੇ ਪੇਸ਼ ਹੋਵਾਂਗੇ ਤੇ ਨਾ ਹੀ ਇਹ ਲਾਅ ਸਸਪੈਂਡ ਹੋਣ ਤੇ ਅੰਦੋਲਨ ਵਾਪਸ ਜਾਵਾਂਗੇ। ਖੇਤੀ ਕਾਨੂੰਨ ਰੱਦ ਹੋਣ ਤੱਕ ਹੀ ਅੰਦੋਲਨ ਜਿਹੜਾ ਉਹ ਲੜਾਂਗੇ ਅਸੀਂ। ਇੱਕ ਕਮੇਟੀ ਦੇ ਮੈਂਬਰ ਨੇ ਆਪਦਾ ਨਾਮ ਵਾਪਸ ਲੈ ਲਿਆ। ਇਹਨੂੰ ਇੱਦਾਂ ਦੇਖਣ ਦੀ ਜ਼ਰੂਰਤ ਹੈ ਕਿ ਇਹ ਕਿਸਾਨੀ ਅੰਦੋਲਨ ਦਾ ਹੀ ਦਬਾਅ ਸੀ ਜਾਂ ਫਿਰ ਉਹ ਕਮੇਟੀ ਇੰਨਾ ਮਾਇਨੇ ਰੱਖਦੀ ਨਹੀਂ ਸੀ ਵੀ ਉਹ 'ਚ ਕੋਈ ਰਹੇ ਨਾ ਰਹੇ। ਨਹੀਂ, ਇੱਕ ਕਿਸਾਨੀ ਅੰਦੋਲਨ ਦਾ ਦਬਾਅ ਸੀਗਾ। ਕਿਸਾਨੀ ਅੰਦੋਲਨ ਦਾ ਦਬਾਅ ਸੀ ਕਿ ਭੁਪਿੰਦਰ ਮਾਨ ਨੂੰ 11 ਵਜੇ ਉਹਦੀ ਜਥੇਬੰਦੀ 'ਚੋਂ ਕੱਢਦੀ ਆ ਔਰ 1 ਵਜੇ ਮਤਲਬ ਉਹ ਖੁਦ ਨੂੰ ਕਮੇਟੀ 'ਚੋਂ ਕੱਢ ਲੈਂਦਾ ਹੈਗਾ। ਤੋ ਇਹ ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਸੀਗਾ। ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਤੁਸੀਂ ਦੇਖੋ ਕਿ ਵੱਡੇ ਦੇ ਜਿਹੜੇ ਇਰਾਦੇ ਬਦਲ ਗਏ। ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਖੱਟੜ ਕਹਿੰਦਾ ਚੱਲ ਆਪਾਂ ਕੋਈ ਸਰਗਰਮੀ ਨਹੀਂ ਕਰਦੇਗੇ, ਕਰਨ ਜੋਗਾ ਵੀ ਨਹੀਂ ਵੈਸੇ ਉਹ, ਕਿਉਂਕਿ ਜਿਹੜੀ ਉਹਨੇ ਪਿਛਲੇ ਦਿਨੀ ਹਵਾਈ ਰੈਲੀ ਕੀਤੀ ਆ ਧਰਤੀ ਤੇ ਤਾਂ ਹੋ ਨਹੀਂ ਸਕੇਗੀ। ਇਹ ਕਿਸਾਨੀ ਅੰਦੋਲਨ ਕਰਕੇ ਹੀ ਆ ਕਿ ਕਹਿੰਦੇ ਕਹਾਉਂਦਿਆਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਸਟੈਂਡ ਬਦਲ ਰਹੇ ਹੈਗੇ। ਰਜਿੰਦਰ ਭਾਈ, ਹਰਿਆਣੇ 'ਚ ਆਪਾਂ ਦੇਖਦੇ ਹਾਂ ਵੀ ਸਰਕਾਰ ਜਾਂ ਉੱਥੋਂ ਦੇ ਜਿਹੜੇ ਮਿਨਿਸਟਰ ਆ ਉਹ ਆਪਦੇ ਹੀ ਕੋਈ ਵੀ ਸਭਾ ਕਰਨੀ ਹੁੰਦੀ ਹੈ, ਗੱਲਬਾਤ ਕਿਤੇ ਜਾਣਾ ਹੁੰਦਾ ਗਾ, ਉਹਨੂੰ ਲਗਾਤਾਰ ਟਾਲ ਵੀ ਰਹੇ ਆ। ਹੁਣ ਉਹ ਤੋਂ ਬਾਅਦ ਜਦੋਂ 2-3 ਘਟਨਾਵਾਂ ਹੋਈਆਂ ਗਈਆਂ, ਪਰ ਪੰਜਾਬ ਦੇ ਵਿੱਚ ਬੀਜੇਪੀ ਲੀਡਰ ਆ ਜਿਹੜੇ ਉਹ ਇੰਨੇ ਸ਼ੋਰ ਕਿਉਂ ਆ? ਇਹੋ ਜਿਹੀ ਕਿਹੜੀ ਗੱਲ ਆ ਵੀ ਉਹਨੂੰ ਲੱਗਦਾ ਵੀ ਨਹੀਂ ਯਾਰ ਸਰਕਾਰ ਸਾਡੀ ਬਣੂਗੀ, ਕਿਸਾਨ ਬੈਠੇ ਰਹਿਣ? ਦੇਖੋ ਹੁਣ ਇਹ ਤੁਸੀਂ ਜਿਹੜੇ ਬੰਦੇ ਦੀ ਗੱਲ ਕਰ ਰਹੇ ਹੋ, ਠੀਕ ਆ, ਉਹਨਾਂ ਦਾ ਨਾਮ ਹੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ ਨਾ। ਉਹ ਕਹਿੰਦੇ ਕਿ ਅਸੀਂ ਬਹੁਤ ਵੱਡੇ ਲੀਡਰ ਆ। ਉਹ ਤਾਂ ਵਿਚਾਰੇ ਰੋਜ਼ ਉਸ ਪ੍ਰਧਾਨ ਮੰਤਰੀ ਦੇ ਕਦੀ ਅਮਿਤ ਸ਼ਾਹ ਨੂੰ ਮਿਲ ਕੇ ਆ ਜਾਂਦੇ ਆ। ਜੇ ਉਹਨਾਂ ਦੇ ਪੱਲੇ ਕੁਛ ਹੁੰਦਾ ਤੇ ਕਿਸਾਨਾਂ ਵਾਸਤੇ ਕੁਛ ਕਰਵਾ ਲੈਂਦੇ, ਠੀਕ ਹੈ। ਇਸ ਕਰਕੇ ਉਹ ਤਾਂ ਵਿਚਾਰੇ ਬਹੁਤ ਮਾਮੂਲੀ ਕਿਸਮ ਦੇ ਬੰਦੇ ਹੈਗੇ ਆ ਤੇ ਉਹ ਜੋ ਮਰਜ਼ੀ ਫੂਕ ਛਕੀ ਫਿਰਨ, ਠੀਕ ਹੈ। ਸਰਕਾਰ ਤਾਂ ਛੱਡੋ, ਤਾਂ ਪੰਜਾਬ 'ਚ ਕਿਤੇ ਮੀਟਿੰਗ ਕਰਨ ਜੋਗੇ ਨਹੀਂ ਗਏ। ਉਹ ਇੱਕ ਬੰਦਾ ਪਟਿਆਲੇ ਉਹ ਕਿਤੇ ਰੋਟੀ ਖਾਣ ਗਿਆ ਤੇ ਉਹ ਲੱਭਣ ਵਾਸਤੇ ਭੱਜਣ ਵਾਸਤੇ ਬਾਅਦ 'ਚ ਰਾਹ ਲੱਭਦਾ ਫਿਰਦਾ ਹੈਗਾ ਤੇ ਆਉਣ ਵਾਲੇ ਮੁੱਖ ਮੰਤਰੀ ਇਹ ਰਾਹ ਥੋੜ੍ਹਾ ਲੱਭਦੇ ਹੁੰਦੇ ਕਿੱਧਰ ਦੀ ਭੱਜਣਾ। ਹੁਣ ਬੰਦਿਆਂ ਨੇ ਇਹ ਵੀ ਗੱਲ ਕੀਤੀ ਹੈ ਕਿ ਸਰਕਾਰ ਮੁੜ ਤਾਂ ਜਾਵੇ ਪਿੱਛੇ,
ਪਰ ਇਦੋਂ ਬਾਅਦ ਫਿਰ ਰਾਹ ਬਹੁਤ ਵੱਡਾ ਖੜਾ ਹੋ ਜਾਂਦਾ। ਜਿਹਨੇ ਕੁਝ ਵੀ ਨਹੀਂ ਮਤਲਬ ਹਾਸਲ ਕੀਤਾ ਜਾਂ ਜਿਹਦੇ ਕੋਈ ਮੰਗ ਆ ਜਿਹੜੀ ਨਹੀਂ ਸਿਰੇ ਚੜੀ, ਉਹ ਸਾਰੇ ਲੋਕਾਂ ਨੂੰ ਲੱਗੂ ਵੀ ਹਾਂ ਇਹ ਸਰਕਾਰ ਦਾ ਜਿਹੜਾ ਔਰਾ ਟੁੱਟਦਾ। ਸਰਕਾਰ ਜਿਹੜੀ ਗੱਲੋਂ ਡਰਦੀ ਸੀ ਉਹ ਤਾਂ ਕੰਮ ਹੋ ਗਿਆ। ਉਹ ਇਸ ਗੱਲੋਂ ਡਰਦੀ ਸੀਗੀ ਕਿ ਜਿਹੜੀ ਮੋਦੀ ਦੀ ਇਮੇਜ ਆ ਜਾਂ ਔਰੇ ਵਾਲੀ ਗੱਲ ਹੈਗੀ ਆ, ਉਹ ਕਿੱਥੇ ਰਹਿ ਗਈ? ਰਹਿ ਗਿਆ। ਜਿੰਨਾ ਲੋਕ ਜਿਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਪ੍ਰਧਾਨ ਮੰਤਰੀ ਨੂੰ ਨਵਾਜ ਰਹੇ ਹੈਗੇ ਆ, ਉਹ ਸਾਰਿਆਂ ਨੂੰ ਪਤਾ, ਉਹ ਉਹਨਾਂ ਦੀ ਇੰਟੈਲੀਜੈਂਸੀ ਨੂੰ ਪਤਾ, ਸਰਕਾਰ ਨੂੰ ਵੀ ਪਤਾ ਹੈਗਾ। ਤੋਂ ਜਿਹੜੀ ਗੱਲੋਂ ਡਰਦੇ ਸੀ ਉਹ ਕੰਮ ਤਾਂ ਹੋ ਗਿਆ। ਇਹ ਇਸ ਤੋਂ ਗੱਲ ਗਾਂਹ ਵਧੇ, ਇਸ ਤੋਂ ਗੱਲ ਗਾਂਹ ਵਧੇ ਕਿ ਲੋਕ ਉਹਨਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਟੁੱਟਣ ਲੱਗ ਜਾਣ। ਹਰਿਆਣੇ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਸਮੱਸਿਆ ਵੱਧ ਰਹੀ ਹੈਗੀ ਆ। ਬੀਜੇਪੀ ਖਾਤਮੇ ਵਾਲੇ ਪਾਸੇ ਜਾਵੇ। ਜਿੰਨੀ ਜਲਦੀ ਉਹ ਕਾਨੂੰਨ ਵਾਪਸ ਲੈ ਲੈਣ ਉਹਨਾਂ ਵਾਸਤੇ ਬਿਹਤਰ ਰਹੂਗਾ। ਬੰਬੇ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ, ਵੱਖ-ਵੱਖ ਕਰਨਾਟਕਾ 'ਚ ਵੀ ਹੁੰਦਾ। ਜਿਹੜੀ ਵੀ ਥਾਂ ਤੋਂ ਖਬਰ ਆਉਂਦੀ ਆ, ਕੋਈ ਗਿਣਤੀ ਘੱਟ ਵੱਧ ਹੋ ਸਕਦੀ ਆ, ਪਰ ਲੋਕ ਇਕੱਠੇ ਹੋ ਰਹੇ ਆ। ਹੁਣ ਜਿੱਥੇ ਵੀ ਉਹ ਹੈਗੇ ਆ ਲੋਕ, ਉਹਨਾਂ ਦੇ ਉੱਥੇ ਬੈਠਣ ਦੇ ਨਾਲ ਵੀ ਦਬਾਅ ਬਣੂਗਾ ਜਾਂ ਫਿਰ ਸਾਰੇ ਜੇ ਦਿੱਲੀ ਆਉਣ ਤਾਂ ਹੀ ਗੱਲ ਬਣਨੀ ਆ। ਨਹੀਂ, ਦਬਾਅ ਤਾਂ ਕਿਉਂਕਿ ਹੁਣ ਜਿਹੜੇ ਲੋਕ ਕੈਨੇਡਾ 'ਚ ਉਹ ਵੀ ਦਿੱਲੀ ਨਹੀਂ ਆ ਸਕਦੇ, ਅਮਰੀਕਾ ਵਾਲੇ ਵੀ ਦਿੱਲੀ ਨਹੀਂ ਆ ਸਕਦੇਗੇ। ਤਾਂ ਇਹ ਕਿਉਂਕਿ ਪੂਰੀ ਗਲੋਬਲ ਲੜਾਈ ਬਣ ਚੁੱਕੀ ਹੈਗੀ ਆ। ਅਤੇ ਬਹੁਤ ਸਾਰੇ ਸਾਡੇ ਜਿਹੜੇ ਆਪਣੇ ਐਨ ਆਰ ਆਈ ਵੀਰ ਭੈਣ ਨੇ, ਉਹਨਾਂ ਨੇ ਸਾਨੂੰ ਬਹੁਤ ਸੁਝਾਅ ਦਿੱਤੇ ਆ ਕਿ ਜਿਹੜੀ 26 ਤਰੀਕ ਦੀ ਕਾਲ ਆ ਉਹਨੂੰ ਕੌਮਾਂਤਰੀ ਕਾਲ ਬਣਾਓ। ਇਸ ਕਰਕੇ ਅਸੀਂ ਇਹ ਹੋ ਸਕਦਾ ਕੌਮਾਂਤਰੀ ਕਾਲ ਹੀ ਬਣੂਗੀ। 26 ਦੀ ਕਾਲ ਇਕੱਲੇ ਭਾਰਤ ਦੀ ਕਾਲ ਨਹੀਂ ਰਹੂਗੀ, ਕੌਮਾਂਤਰੀ ਕਾਲ ਬਣੂਗੀ। ਸਾਡੇ ਕੋਲੇ ਵੀ ਬਹੁਤ ਲੋਕਾਂ ਦੇ ਸੁਨੇਹੇ ਆਉਂਦੇ ਆ ਜਿਹੜੇ ਡਿਊਟੀਆਂ ਬੰਨ੍ਹ ਕੇ ਬਕਾਇਦਾ ਆਪਦੇ ਕੰਮ ਛੱਡ ਕੇ ਵੀ ਪੋਸਟਰ ਲੈ ਕੇ ਖੜੇ ਰਹਿੰਦੇ ਆ ਲੋਕ। ਮਤਲਬ ਪੰਜਾਬ ਦਾ ਜੰਮਿਆ ਜਿੱਥੇ ਮਰਜ਼ੀ ਬੈਠਾ, ਬਿਰਤੀ ਉਹਦੀ ਦਿੱਲੀ ਫਿਰਦੀ ਆ, ਇੱਥੇ ਟਿਕਿਆ ਵਾ। ਨਹੀਂ, ਇਕੱਲਾ ਪੰਜਾਬ ਨਹੀਂ, ਪੂਰੇ ਦੁਨੀਆ ਦੇ ਵਿੱਚ ਹੀ ਇਹਦਾ ਇੰਨੀ ਦੂਰ ਤੱਕ ਪ੍ਰਭਾਵ ਗਿਆ ਕਿ ਅਫਰੀਕਾ 'ਚ ਕਹਿ ਰਹੇ ਕਿ ਉੱਥੋਂ ਦੇ ਗਰੀਬ ਕਿਸਾਨ ਪ੍ਰਭਾਵਿਤ ਹੋ ਕੇ ਇਸ ਅੰਦੋਲਨ ਤੋਂ ਜਿਹੜੇ ਹੈਗੇ ਉਹ ਸਟਰਗਲ ਦੇ ਰਾਹ ਪੈ ਰਹੇ ਹੈਗੇ ਆ। ਤਾਂ ਪੂਰੀ ਦੁਨੀਆ ਦੇ ਇਤਿਹਾਸ ਦਾ ਅਜਿਹਾ ਕਿਸਾਨ ਅੰਦੋਲਨ ਪਹਿਲਾਂ ਹੋਇਆ ਨਹੀਂ ਹੈ ਕਿ ਜਿੰਦਾ ਅਸਰ ਪੂਰੀ ਦੁਨੀਆ ਤੱਕ ਫੈਲਿਆ ਹੋਵੇ। ਔਰ ਦੁਨੀਆ ਦੇ ਜਿਹੜੇ ਵੱਡੇ ਵੱਡੇ ਨੇਤਾ ਉਹ ਇਸ ਅੰਦੋਲਨ ਦੀ ਸਪੋਰਟ 'ਚ ਹੋਣ। ਵੱਡੇ ਵੱਡੇ ਨੇਤਾ ਅੰਦੋਲਨ ਕਰਕੇ ਇਸ ਦੇਸ਼ 'ਚ ਜਾਣ ਹੀ ਨਾ। ਤਾਂ ਇਹ ਤਾਂ ਮੇਰਾ ਇੱਕ ਰਿਐਕਸ਼ਨ ਰਹਿ ਗਿਆ ਹੈ ਤਾਂ ਥੋੜ੍ਹਾ ਜਿਹਾ ਉਹ ਹਾਸੀ ਵਾਲਾ ਵੀ ਆ। ਬੀਬੀ ਨੇ MP ਨੇ, ਕਿਉਂਕਿ ਮੈਂ ਤਾਂ ਰਿਐਕਸ਼ਨ ਲੈ ਰਿਹਾ, ਕਿਸੇ ਹੋਰ ਨੇ ਕਿਹਾ ਹੁੰਦਾ ਤਾਂ ਨਾ ਲੈਂਦੇ। ਹੇਮਾ ਮਾਲਿਨੀ ਨੇ, ਉਹ ਕਹਿੰਦੇ ਕਿਸਾਨਾਂ ਨੂੰ ਏਜੰਡਾ ਨਹੀਂ ਪਤਾ। ਇੰਨੀਆਂ ਮੀਟਿੰਗਾਂ ਹੋ ਗਈਆਂ, ਕਹਿੰਦੇ ਹਜੇ ਤੱਕ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਏਜੰਡਾ ਕੀ ਆ ਉਹਨਾਂ ਦਾ। ਚਲੋ ਉਹਨਾਂ ਵਾਸਤੇ ਤਾਂ ਕੀ ਕਹਿਣਾ, ਫਿਰ ਵੀ ਉਹ MP ਨੇ ਨਾ। ਜੇ ਮੰਨ ਲਓ ਇਕੱਲਾ ਕੋਈ ਸਟਾਰ ਕਹੇ, ਇੱਕ ਸਟਾਰ ਕਹਿੰਦਾ, ਉਹਦੇ ਲਈ ਇੰਨੀ ਵੈਲਿਊ ਨਹੀਂ ਰੱਖਦੀ ਉਹ ਚੀਜ਼, ਹੈ ਨਾ। ਜਿਨ੍ਹਾਂ ਦੇ ਜੀ ਵੀ ਗਾਹਾਂ ਦੇ ਮੈਂਬਰ ਵੀ ਅਗਲਿਆਂ ਦੇ MP ਆ। ਨਹੀਂ ਦੇਖੋ, ਉਹ ਕੋਈ ਲੋਕਾਂ ਨਾਲ ਜੁੜੇ ਹੋਏ ਤਾਂ ਲੋਕ ਨਹੀਂ ਹੈਗੇ, ਫਿਲਮੀ ਲੋਕ ਆ। ਅਤੇ ਫਿਲਮੀ ਲੋਕਾਂ ਤਾਂ ਫਿਰ ਡਿਊਲ ਕਰੈਕਟਰ ਹੁੰਦਾ ਵੀ ਕਦੋਂ ਰੀਅਲ ਲਾਈਫ 'ਚ ਨੇ। ਹੁਣ ਉਹ ਪਤਾ ਨਹੀਂ ਉਹ ਮਤਲਬ ਕਿਸ ਫਿਲਮੀ ਅੰਦਾਜ਼ 'ਚ ਉਹਨਾਂ ਨੇ ਇਹ ਗੱਲ ਕਹਿਤੀ। ਪਰ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਜਿਵੇਂ ਲੋਕ ਜਾਗਰਤ ਹੋਏ ਆ, ਇਸ ਤਰ੍ਹਾਂ ਦੇ ਲੋਕਾਂ ਦਾ ਬਾਹਲਾ ਕੁਛ ਹੁਣ ਇਹ ਕੁਛ ਚੱਲੂਗਾ ਨਹੀਂ। ਮੈਂ ਤੁਹਾਨੂੰ ਇੱਕ ਦੋ ਗੱਲਾਂ ਕਹਿਣੀਆਂ ਚਾਹੂੰਗਾ। ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਦੀਆਂ ਪੁਰਾਣੀਆਂ ਰੋਡਵੇਜ਼ ਦੀਆਂ ਬੱਸਾਂ 'ਤੇ ਲਿਖਿਆ ਹੁੰਦਾ ਸੀਗਾ 1 2 3 ਸੀਟਾਂ MLA MP ਵਾਸਤੇ। ਅੱਛਾ, ਇਹ ਸ਼ਾਇਦ ਤੁਸੀਂ ਪੜ੍ਹਿਆ ਕਿ ਨਹੀਂ ਪੜ੍ਹਿਆਗਾ, ਲਿਖਿਆ। ਹਾਂ ਮੈਂ ਠੀਕ ਹੈ। ਇਹਦਾ ਨਵਾਂ ਉਹਦਾ ਹੁੰਦਾ ਸੀ ਵੀ ਉੱਥੇ MLA MP ਬੱਸਾਂ 'ਤੇ ਸਫ਼ਰ ਕਰਦੇ ਸੀਗੇ। ਸਾਡੇ ਜਿਹੜੇ ਮਜ਼ਾਰੇ ਸੀ ਉਹ ਵਿਧਾਨ ਸਭਾ ਦੇ ਗੇਟ ਤੱਕ ਜਾਂਦੇ ਸੀਗੇ। ਵਿਧਾਨ ਸਭਾ ਦੇ ਗੇਟ ਤੱਕ ਜਾਂਦੇ ਸੀ। ਉਹ ਪਟਕਾ ਚੌਂਕ 'ਚ ਆ ਗਏ, ਫਿਰ ਉਹ ਸ਼ਮਸ਼ਾਨ ਘਾਟ 'ਚ ਆ ਗਏ। ਹੁਣ ਸਾਡਾ ਚੰਡੀਗੜ੍ਹ 'ਚ ਵੜਨਾ ਬੰਦ ਹੋ ਗਿਆ। ਇਹ ਡੈਮੋਕ੍ਰੇਸੀ ਯਾਤਰਾ ਕਰਦੀ ਕਰਦੀ ਇੱਥੋਂ ਤੱਕ ਪਹੁੰਚ ਗਈ ਕਿ ਬਠਿੰਡੇ ਤੋਂ ਇੱਕ ਬੀਬੀ ਹਰਸਿਮਰਤ ਕੌਰ ਬਾਦਲ MP ਬਣਦੀ, ਉਹ ਬਠਿੰਡੇ 'ਚ ਵੜਨਾ ਲੋਕਾਂ ਦਾ ਬੰਦ ਕਰ ਦਿੰਦੇ ਆ। ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣਦੇ, ਉਹ ਪਟਿਆਲੇ 'ਚ ਵੜਨਾ ਬੰਦ ਕਰ ਦਿੰਦੇ ਹੈਗੇ ਆ। ਤਾਂ ਜਿਹੜੀ ਇੱਕ ਇਸ ਤਰ੍ਹਾਂ ਦੀ ਜਿਹੜੀ ਡੈਮੋਕ੍ਰੇਸੀ ਬਣ ਗਈ, ਉਹਦੇ 'ਚੋਂ ਹੇਮਾ ਮਾਲਿਨੀ ਵਰਗੀਆਂ ਜਿਹੜੀਆਂ ਬੀਬੀਆਂ ਨੇ ਉਹ ਨੇਤਾ ਬਣੀਆਂ ਹੋਈਆਂ ਨੇ। ਪਰ ਜਿਵੇਂ ਹੁਣ ਲੋਕ ਜਾਗਰਤ ਹੋਏ ਆ, ਜਿਵੇਂ P ਸਾਈਨਾਥ ਨੇ ਪਿਛਲੇ ਦਿਨੀ ਚੰਡੀਗੜ੍ਹ ਬੋਲਦਿਆਂ ਕਿਹਾ ਸੀਗਾ ਕਿ ਪੀਪਲਜ਼ ਆਰ ਰੀਕਲੇਮਿੰਗ ਦਾ ਰਿਪਬਲਿਕ। ਉਹ ਰਿਪਬਲਿਕ ਰੀਕਲੇਮ ਕਰਨਗੇ ਤੇ ਫਿਰ ਇਸ ਤਰ੍ਹਾਂ ਦੀਆਂ ਬੀਬੀਆਂ ਜਾਂ MPਆਂ ਦੀ ਜ਼ਰੂਰਤ ਨਹੀਂ ਹੋਊਗੀ ਕਿ ਇਸ ਤਰ੍ਹਾਂ ਦੇ ਉੱਚੇ ਬਿਆਨ ਦੇਣ। ਪਰ ਉਹਨਾਂ ਨੇ ਇੱਕ ਹੋਰ ਗੱਲ ਵੀ ਬੜੀ ਖੂਬਸੂਰਤ ਕਹੀ, ਕਹਿੰਦੇ ਵੀ 94% ਨੂੰ ਜੇ ਨਹੀਂ ਮਿਲਦੀ MP ਤਾਂ ਇਹਦਾ ਸਰਕਾਰ MSP, ਤਾਂ ਉਹ ਕਹਿੰਦੇ ਵੀ ਫਿਰ ਇਹ ਤਾਂ ਇਹੋ ਜਿਹੀ ਦਲੀਲ ਆ ਵੀ ਜੇ 6% ਤੁਹਾਡੇ ਸਰਕਾਰੀ ਸਕੂਲ ਚੰਗੇ ਹੋਣ ਤਾਂ ਤੁਸੀਂ ਉਹਨਾਂ ਨੂੰ ਵੀ ਖਰਾਬ ਕਰਨ ਤੇ ਤੁਲ ਜਾਓ ਵੀ 94 ਨਹੀਂ ਚੰਗੇ। ਬਿਲਕੁਲ ਜੀ, ਬਿਲਕੁਲ। ਹੁਣ ਤੱਕ ਨਾਲੇ ਕਾਰਪੋਰੇਟਰ ਨੇ ਜਿਹੜਾ ਵੀ ਖੇਤਰ 'ਚ ਆਇਆ ਉਹਨੂੰ ਬਰਬਾਦ ਹੀ ਕੀਤਾ। ਸਿੱਖਿਆ 'ਚ ਆਇਆ, ਸਿਹਤ 'ਚ ਆਇਆ, ਹਰ ਪਾਸੇ ਬਰਬਾਦ ਹੀ ਕੀਤਾ ਹੈਗਾ। ਤਾਂ ਸਰਕਾਰ ਹੁਣ ਇਹ ਚਾਹੁੰਦੀ ਹੈ ਵੀ ਖੇਤੀ ਖੇਤਰ ਨੂੰ ਵੀ ਜਿਹੜਾ ਹੈਗਾ ਬਰਬਾਦ ਕੀਤਾ ਜਾਵੇ। ਕਾਰਪੋਰੇਟਰ ਜਦੋਂ ਕਿਸੇ ਪਾਸੇ ਭਲਾ ਹੀ ਨਹੀਂ ਕੀਤਾ ਗਾ। ਤਾਂ ਗੱਲ ਸਾਫ਼ ਆ ਕਿ ਸਰਕਾਰ ਜਿਹੜੀ ਹੈ ਨਾ, ਪਹਿਲਾਂ ਜਿਵੇਂ ਇੱਥੇ ਨਾਅਰਾ ਲੱਗਦਾ ਸੀ ਆਬਾਦੀ ਬਾਰੇ ਇੱਕ ਕਿ ਹਮ ਦੋ ਹਮਾਰੇ ਦੋ,
ਇਹ ਸਰਕਾਰ ਨੇ ਇਹਨੂੰ ਫਿਰ ਨਾਰੇ ਨੂੰ ਲਾਉਣਾ ਸ਼ੁਰੂ ਕਰਤਾ। ਹਮ ਦੋ ਮਤਲਬ ਮੋਦੀ ਤੇ ਅਮਿਤ ਸ਼ਾਹ, ਹਮਾਰੇ ਦੋ ਮਤਲਬ ਅਬਾਨੀ ਅਡਾਨੀ, ਹਮ ਦੋ ਹਮਾਰੇ ਦੋ ਦਾ ਨਾਰਾ ਜਿਹੜਾ ਇਹ ਦੁਬਾਰਾ ਇਸ ਤਰੀਕੇ ਨਾਲ ਜਿਹੜਾ ਹੈਗਾ ਲਾ ਰਹੇ ਆ। ਇਹ ਸਰਕਾਰ ਜਿਹੜੀ ਆ ਕਾਰਪੋਰੇਟ ਦੀ ਥੋੜਾ ਜਿਹਾ ਵਿੱਚ ਰੋਕਦਾ ਵੀ ਜਿਹੜੇ ਭਾਈ ਨਾਲ ਫਿਰ ਤੁਸੀਂ ਮੀਟਿੰਗਾਂ ਕਰਕੇ ਆਉਣੇ ਉਹਦੇ ਕੋਲੇ ਕੋਈ ਪਾਵਰ ਹੈਗੀ ਆ ਕਿ ਉਹ ਐਵੇਂ ਬਿਠਾਇਆ? ਨਹੀਂ, ਉਹ ਤਾਂ ਵਿਚਾਰਾ ਐਵੇਂ ਹੀ ਬੈਠਾ ਹੋਇਆ ਹੈਗਾ। ਸਰਕਾਰ ਨੇ ਇਹ ਭਾਵੇਂ ਮਾਮਲਾ ਕਾਨੂੰਨਾਂ ਦਾ ਹੈਗਾ, ਪਰ ਇਹ ਫੈਸਲਾ ਪੋਲੀਟੀਕਲ ਹੋਣਾ। ਜਿੱਦਣ ਸਰਕਾਰ ਨੇ ਪੋਲੀਟੀਕਲੀ ਇਹ ਫੈਸਲਾ ਕਰ ਲਿਆ ਕਿ ਅਸੀਂ ਕਾਨੂੰਨ ਵਾਪਸ ਲੈਣੇ ਆ, ਵੀ ਸਾਡੀ ਇੰਨੀ ਹੋ ਗਈ ਆ, ਇਹ ਉਦੋਂ ਹੀ ਕਾਨੂੰਨ ਵਾਪਸ ਹੋਣੇ ਆ। ਅਸੀਂ ਬੈਠ ਕੇ ਜਿਸ ਕਰਕੇ ਜਾਂਦੇ ਕਿ ਸਰਕਾਰ ਇਹ ਨਾ ਕਹੇ ਵੀ ਇਹ ਗੱਲਬਾਤ ਕਰਨ ਨੂੰ ਨਹੀਂ ਤਿਆਰ ਹੈਗੇ। ਅਸੀਂ ਕਹੇ ਜਿੰਨੇ ਵਾਰੀ ਬੁਲਾਓਗੇ ਗੱਲਬਾਤ ਉਨੇ ਵਾਰੀ ਕਰਾਂਗੇ, ਪਰ ਸਾਡੀ ਮੁੱਖ ਟੇਕ ਜਿਹੜੀ ਆ ਉਹ ਅੰਦੋਲਨ ਤੇ ਹੀ ਆ। ਬਹੁਤ ਬਹੁਤ ਸ਼ੁਕਰੀਆ ਬਾਈ। ਹਾਂ, ਸ਼ੁਕਰੀਆ ਬਾਈ ਜੀ। ਇਹ ਸਨ ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਜਿਨ੍ਹਾਂ ਨਾਲ ਬਾਈ ਨਾਲ ਗੱਲਬਾਤ ਕਰ ਰਹੇ ਸੀ। ਤੇ ਬਿਲਕੁਲ ਬਾਈ ਨੇ ਕਿਹਾ ਕਿ 26 ਨੂੰ ਲੈ ਕੇ ਜਿਹੜਾ ਪਲਾਨ ਆ ਉਹ ਵੀ ਦੱਸਿਆ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਜੋ ਜਥੇਬੰਦੀਆਂ ਕਹਿੰਦੀਆਂ ਅਨੁਸ਼ਾਸਨ 'ਚ ਰਹੀਏ, ਟਿਕਾ ਰੱਖੀਏ, ਏਕਾ ਤੇ ਸਬਰ ਜਤਾਉਂਦਾ ਮਿੱਤਰੋ ਵੀ ਜੰਗਾਂ ਨੂੰ। ਬਹੁਤ ਬਹੁਤ ਸ਼ੁਕਰੀਆ।